ਜਦੋਂ ਤੋਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਵੀਂ ਪਾਰਟੀ ਬਣਾਉਣ ਅਤੇ ਭਾਜਪਾ ਨਾਲ ਗੱਠਜੋੜ ਕਰਨ ਬਾਰੇ ਟਵੀਟ ਕੀਤੇ ਨੇ, ਉਦੋਂ ਤੋਂ ਹੀ ਉਹ ਆਪਣਿਆਂ ਦੇ ਨਾਲ-ਨਾਲ ਵਿਰੋਧੀਆਂ ਦੇ ਵੀ ਨਿਸ਼ਾਨੇ ਤੇ ਆ ਗਏ ਨੇ। ਹੁਣ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕੈਪਟਨ ਦੀ ਪੰਜਾਬ ਅਤੇ ਪਾਰਟੀ ਲਈ ਵਫਾ ਤੇ ਸਵਾਲ ਚੁੱਕ ਦਿੱਤੇ ਨੇ। ਬੀਬਾ ਬਾਦਲ ਨੇ ਕਿਹਾ ਕਿ ਕੈਪਟਨ 5 ਸਾਲਾਂ ਤੋਂ ਹੀ ਮੋਦੀ ਦੇ ਇਸ਼ਾਰਿਆਂ ਤੇ ਨੱਚ ਰਹੇ ਸੀ, ਤਾਂ ਹੀ ਮੋਦੀ ਵੀ ਕਦੇ ਵੀ ਉਹਨਾਂ ਦੇ ਖਿਲਾਫ नहीं बोले ते हुण कैप्टन सीधे तौर ते भाजपा नाल रल के पंजाब दे नाल धोखा कर रहे ने। 5 साल पहले समूह कांग्रेस पार्टी ने कैप्टन साहब दे मैनीफेस्टो च झूठा दा सहारा लैके इन्हां सारियां ने अपनी सीटां जित्तियां सीगियां। जिहड़ी झूठी सौं गुटका साहब दी सी, ओह कल्ले कैप्टन दी नहीं सी, समूह कांग्रेस पार्टी दी सी, जिन्हां ने अपने हलकियां च जाके हरेक नूं घर घर नौकरी दे वादे, कर्जा माफ़ी दे वादे ते सैकड़ों होर वादे कीते सीगे। ਉਹ ਝੂਠੀ ਸੌਂ ਕੱਲੇ ਕੈਪਟਨ ਦੀ ਨਹੀਂ, ਪੂਰੀ ਕਾਂਗਰਸ ਪਾਰਟੀ ਦੀ ਸੀ। ਅੱਜ ਜਦ ਦੁਬਾਰਾ ਇਹਨਾਂ ਦੀ ਜ਼ਰੂਰਤ ਹੋ ਰਹੀ ਹੈ ਲੋਕਾਂ ਦੇ ਵਿੱਚ, ਜਾਂ ਲੋਕੀ ਸਵਾਲ ਕਰ ਰਹੇ ਨੇ, ਤਾਂ ਤੁਸੀਂ ਦੇਖੋ ਕਿ ਕਾਂਗਰਸੀ ਵਿਧਾਇਕ ਚੱਕ ਕੇ ਲੋਕਾਂ ਨੂੰ ਕੁੱਟਣ ਲੱਗ ਗਏ ਨੇ। ਮੈਂ ਕਹਿੰਦੀ ਹਾਂ ਇਹਨਾਂ ਦਾ ਚਿਹਰਾ ਬੇਨਕਾਬ ਹੋਇਆ ਤੇ ਬਚ ਕੇ ਰਹਿਣ, ਕਿਉਂਕਿ ਉਹ ਦਿਨ ਦੂਰ ਨਹੀਂ ਕਿ ਜਿਹੜਾ ਕਾਂਗਰਸੀ ਜਾਊਗਾ ਲੋਕਾਂ ਨੇ ਉਹਨਾਂ ਨੂੰ ਕੁੱਟਣਾ ਹੈ। ਆਈ ਐਮ ਗਲੈਡ ਕਿ ਬਿੱਲੀ ਥੈਲੋ ਤੋਂ ਬਾਹਰ ਆ ਗਈ ਹੈ। ਜਿਹੜਾ ਮੈਂ 5 ਸਾਲ ਕਹਿੰਦੀ ਰਹੀ ਹੈ, ਕੈਪਟਨ ਸਾਹਿਬ 5 ਸਾਲਾਂ ਤੋਂ ਹੀ ਬੀਜੇਪੀ ਦੀ ਲਾਈਨ ਲੈਂਦੇ ਰਹੇ ਨੇ। ਭਾਵੇਂ ਕਰਤਾਰਪੁਰ ਸਾਹਿਬ ਦੇ ਲਾਂਘੇ ਦੇ ਜੋ ਨੀਂਹ ਪੱਥਰ ਰੱਖਿਆ ਗਿਆ, ਜਿੱਥੇ ਸਾਰੇ ਦੁਨੀਆ ਦੇ ਸਿੱਖਾਂ ਨੇ ਸ਼ਲਾਘਾ ਕੀਤੀ, ਉੱਥੇ ਵੀ ਕੈਪਟਨ ਸਾਹਿਬ ਨੇ ਆਤੰਕਵਾਦ ਤੇ ਫਲਾਂ ਟਿਮਕਾ ਪੂਰੀ ਲਾਈਨ ਜਿਹੜੀ ਬੀਜੇਪੀ ਬੋਲਦੀ ਹੈ। ਤੇ ਆਹੀ ਕਾਰਨ ਹੈ, ਤੁਸੀਂ ਦੇਖੋਗੇ ਕਿ ਜਦੋਂ ਵੀ ਕੋਈ ਵੀ ਕਾਂਗਰਸੀ ਜਾਂ ਪ੍ਰਧਾਨ ਮੰਤਰੀ ਜਿਹੜੇ ਵਿਰੋਧੀ ਕਾਂਗਰਸੀ ਨੂੰ ਜਾਂ ਮਮਤਾ ਬੈਨਰ ਕਿਸੇ ਨੂੰ ਛੱਡਦੇ ਨਹੀਂ ਹੈ, ਕਦੇ ਵੀ ਕੈਪਟਨ ਦੇ ਖਿਲਾਫ 5 ਸਾਲਾਂ 'ਚ ਜੇ ਇੱਕ ਸ਼ਬਦ ਪ੍ਰਧਾਨ ਮੰਤਰੀ ਦੇ ਮੂੰਹ ਜੇ ਕੈਪਟਨ ਦੇ ਖਿਲਾਫ ਬੋਲਿਆ, ਮੈਨੂੰ ਤੁਸੀਂ ਰਿਕਾਰਡਿੰਗ ਕੱਢ ਕੇ ਦਿਖਾਓ। ਵੱਧ ਤੋਂ ਵੱਧ ਜਿਹੜਾ ਕਿਹਾ ਕਿ ਕੈਪਟਨ ਸੁਤੰਤਰ ਫੌਜੀ ਹੈ, ਤੇ ਸੁਤੰਤਰ ਫੌਜੀ ਨੇ ਬੀਜੇਪੀ ਦੇ ਨਾਲ ਰਲ ਮਿਲ ਕੇ ਜਿਸ ਤਰ੍ਹਾਂ ਕਾਲੇ ਕਾਨੂੰਨਾਂ ਨੂੰ ਪਾਸ ਕਰਾਇਆ ਤੇ ਗੱਲ ਨੂੰ ਲੁਕੋ ਕੇ ਰੱਖਿਆ ਪੰਜਾਬ ਦੀ ਜਨਤਾ ਤੋਂ, ਅੱਜ ਸਾਰਾ ਕੁਝ ਸਾਹਮਣੇ ਆ ਗਿਆ ਕਿ 5 ਸਾਲ ਕੈਪਟਨ ਕਿਹਦੇ ਇਸ਼ਾਰੇ 'ਚ ਨੱਚਦਾ ਰਿਹਾ। ਤੇ ਇਕੱਲੇ ਕੈਪਟਨ ਨਹੀਂ, ਕੈਪਟਨ ਦੇ ਨਾਂ ਤੇ ਨੇੜੇ ਤੇੜੇ ਦੇ ਜਿੰਨੇ ਮੰਤਰੀ ਸੀ, ਅੱਜ ਚੰਨੀ ਸਾਹਿਬ ਜਾ ਕੇ ਪੰਜਾਬ ਦਾ ਸੌਦਾ ਕਰਕੇ ਹੋਮ ਮਿਨਿਸਟਰ ਨਾਲ ਆ ਗਏ, ਸਾਰੇ ਰਲੇ ਮਿਲੇ ਨੇ। ਤਾਂ ਮੈਨੂੰ ਖੁਸ਼ੀ ਹੈ ਕਿ ਸਾਡੀ ਅਰਦਾਸ ਕਿ ਇਹਨਾਂ ਦਾ ਕੱਖ ਨਾ ਰਹੇ, ਜਿਨ੍ਹਾਂ ਨੇ ਝੂਠ ਦਾ ਪ੍ਰਚਾਰ ਕੀਤਾ ਸੀ, ਝੂਠੇ ਇਲਜ਼ਾਮ ਲਾਏ ਸੀ, ਅੱਜ ਸਾਰਿਆਂ ਦੇ ਸਾਹਮਣੇ ਇਹਨਾਂ ਦਾ ਕੱਖ ਕੁਝ ਰਹਿਣਾ ਨਹੀਂ ਹੈਗਾ, ਲੋਕਾਂ ਦੇ ਸਾਹਮਣੇ ਆ ਜਾਣਾ। ਨਹੀਂ ਜੀ, ਬਹੁਤ ਪਹਿਲਾਂ 2017 ਚੋਂ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਬੀਜੇਪੀ ਨੇ ਕੈਪਟਨ ਸਾਹਿਬ ਨੂੰ ਮਦਦ ਕੀਤੀ ਸੀਗੀ ਤੇ ਆਪਣੀ ਵੋਟਾਂ ਟ੍ਰਾਂਸਫਰ ਕਰਾਈਆਂ ਸੀਗੀਆਂ। ਸੋ ਸਾਨੂੰ ਅੰਦਰ ਦੀ ਗੱਲ ਤਾਂ ਉਸ ਟਾਈਮ ਤੋਂ ਹੀ ਪਤਾ ਸੀਗਾ। ਲੇਕਿਨ ਉਹਦੇ ਬਾਅਦ ਜਿਹੜੀ ਚੀਜ਼ਾਂ ਮੈਂ ਕੈਬਨਿਟ ਦੇ ਵਿੱਚ ਬਹਿ ਕੇ ਮੈਂ ਦੇਖੀਆਂ ਨੇ ਕਿ ਕੈਬਨਿਟ 'ਚ ਜਿਹੋ ਜਿਹੇ ਫੈਸਲੇ ਹੁੰਦੇ ਸੀ ਤਾਂ ਕੈਪਟਨ ਸਾਹਿਬ ਬੋਲਦੇ ਕੀ ਸੀ ਉਹਦੇ ਬਾਰੇ, ਐਂਡ ਹੌਲੀ ਹੌਲੀ ਬਿਲਕੁਲ ਕਲੀਅਰ ਸੀਗਾ। ਲੇਕਿਨ ਪੰਜਾਬ ਦੀ ਹੱਕਾਂ ਦੇ ਨਾਲ ਸੌਦੇਬਾਜ਼ੀ ਕਰ ਲੈਣਗੇ, ਜਿਵੇਂ ਕਾਲੇ ਕਾਨੂੰਨਾਂ ਦੇ ਤੁਹਾਨੂੰ ਸਭ ਨੂੰ ਪਤਾ ਹੈ 2019 ਤੋਂ ਕਮੇਟੀ ਦਾ ਹਿੱਸਾ ਸੀਗੇ, ਐਂਡ ਉਹ ਸਾਰਾ ਕੁਝ ਲੁਕੋ ਕੇ ਰੱਖਿਆ। ਸੋ ਇਹ ਸਾਰੀ ਚੀਜ਼ਾਂ ਤੇ ਹੁਣ ਕਿਸ ਹੱਦ ਤਾਈਂ ਰਲੇ ਮਿਲੇ ਸੀ ਉਹ ਤਾਂ ਬਿਲਕੁਲ ਕਲੀਅਰ ਹੁਣ ਹੋ ਹੀ ਗਿਆ ਹੈ। ਉਹ ਕਾਂਗਰਸੀ ਤੋਂ ਆਪਣੀ ਗਲਤੀਆਂ ਛੁਪਾਉਣ ਵਾਸਤੇ ਬਹੁਤ ਕੁਝ ਕਹਿੰਦੇ ਨੇ। ਸੋ ਜੇ ਰਲੇ ਮਿਲੇ ਹੁੰਦੇ ਤੇ ਅੱਜ ਕੈਪਟਨ ਸਾਹਿਬ ਦਾ ਸ਼ਾਇਦ ਇਹ ਹਾਲ ਨਹੀਂ ਹੁੰਦਾ, ਕਿਉਂਕਿ ਅਕਾਲੀ ਦਲ ਦੀ ਪੂਰੀ ਸਪੋਰਟ ਉਹਨਾਂ ਨੂੰ ਹੁੰਦੀ। ਅਕਾਲੀ ਦਲ ਹਮੇਸ਼ਾ ਸਭ ਤੋਂ ਵੱਧ, ਮੇਰੇ ਉੱਤੇ ਇਲਜ਼ਾਮ ਆਹੀ ਲੱਗਦਾ ਹੈ ਕਿ ਕੈਪਟਨ ਦੇ ਖਿਲਾਫ ਸਭ ਤੋਂ ਵੱਧ ਮੈਂ ਬੋਲਦੀ ਹਾਂ। ਤੇ ਕੈਪਟਨ ਨੇ ਅਕਾਲੀ ਦਲ ਦੇ ਨਾਲ ਤੇ ਬਾਦਲਾਂ ਦੇ ਨਾਲ ਜੋ ਕੀਤਾ 2007 ਤੋਂ ਪਹਿਲੇ, ਉਹ ਕੌਣ ਭੁੱਲ ਸਕਦਾ ਹੈ? ਸਾਡੇ ਨਾਲ ਉਹਦੀ ਕੀ ਸਾਂਝਗਾਠ ਹੋ ਸਕਦੀ ਹੈ? ਨੋ ਆਈ ਹੈਡ ਅੰਡਰਸਟੂਡ ਦ ਸਿਚੁਏਸ਼ਨ ਲੌਂਗ ਬਿਫੋਰ, ਪਰ ਕਿਸ ਹੱਦ ਤਾਈਂ ਉਹ ਰਲੇ ਮਿਲੇ ਨੇ ਇਹ ਸ਼ਾਇਦ ਮੈਨੂੰ ਹੁਣ ਪਤਾ ਲੱਗ ਰਿਹਾ ਕਿਸ ਹੱਦ ਤਾਈਂ ਰਲੇ ਮਿਲੇ ਨੇ। ਜੋ ਤਾਂ ਜਦ ਕਾਲੇ ਕਾਨੂੰਨ ਪਾਸ ਹੋਏ ਉਸ ਟਾਈਮ ਜਦ ਉਸ ਦਾ ਹਿੱਸਾ ਸੀਗੇ, ਮੈਂ ਤਾਂ ਹੀ ਸਮਝ ਗਈ ਸੀਗੀ। ਲੇਕਿਨ ਸਾਡਾ ਗਠਬੰਧਨ 30-35 ਸਾਲ ਪੁਰਾਣਾ ਸੀਗਾ ਤੇ ਸਾਡਾ ਇੱਕ ਪੰਜਾਬ ਦੇ ਭਲੇ ਵਾਸਤੇ ਸੀਗਾ, ਇੱਕ ਪੰਜਾਬ ਨੂੰ ਅੱਗੇ ਲਿਜਾਣ ਵਾਸਤੇ, ਅਮਨ ਸ਼ਾਂਤੀ ਭਾਈਚਾਰਕ ਸਾਂਝ ਵਾਸਤੇ ਸੀਗਾ। It was an alliance for the betterment of Punjab, for national security. So ਕੈਪਟਨ ਦੇ ਨਾਲ ਰਲੇ ਰੋਲੇ ਨੇ ਉਹ ਜਾਣਨ ਸਾਡੀ ਅਲਾਈਅੰਸ ਉਹਨਾਂ ਦੇ ਨਾਲ ਬਿਲਕੁਲ ਸਾਫ਼ ਸੁਥਰੀ ਸੀਗੀ। ਅਸੀਂ ਅਲਾਈਅੰਸ 'ਚ ਰਹਿ ਕੇ ਕਿਸੇ ਹੋਰ ਦੀ ਮਦਦ ਕਰਕੇ ਕਿਸੇ ਹੋਰ ਦੇ ਨਾਲ ਹੱਥ ਨਹੀਂ ਮਿਲਾ ਰਹੇ ਸੀਗੇ। ਕੈਪਟਨ ਆਪਣੀ ਪਾਰਟੀ 'ਚ ਰਹਿ ਕੇ ਆਪਣੀ ਪਾਰਟੀ ਨਾਲ ਬੇਵਫਾਈ ਕਰ ਰਹੇ ਸੀਗੇ, ਪੰਜਾਬ ਨਾਲ ਬੇਵਫਾਈ ਕਰ ਰਹੇ ਸੀਗੇ, ਤੇ ਬੀਜੇਪੀ ਜੋ ਪੰਜਾਬ ਦੇ ਨਾਲ ਕਰ ਰਹੀ ਸੀ, ਹੁਣ ਬਿਲਕੁਲ ਸਾਰੀ ਦੁਨੀਆ ਨੂੰ ਕਲੀਅਰ ਹੈਗਾ, ਸਾਰੇ ਦੇਸ਼ ਨੂੰ ਕਲੀਅਰ, ਪੰਜਾਬ ਨੂੰ ਵੀ ਕਲੀਅਰ ਹੈ। ਅਸੀਂ ਵਫਾਦਾਰੀ ਦੇ ਨਾਲ ਪੰਜਾਬ ਦੇ ਨਾਲ ਤਾਂ ਵੀ ਖੜੇ ਰਹੇ, ਅੱਜ ਵੀ ਖੜੇ ਆ। ਤੇ ਹੁਣ ਇਹ ਸਾਰੇ ਜਿਹੜੇ ਭਾਵੇਂ ਇਕੱਠੇ ਹੋ ਕੇ ਹਮੇਸ਼ਾ ਨਿਸ਼ਾਨਾ ਅਕਾਲੀ ਦਲ ਨੂੰ ਬਣਾਇਆ, ਕਿਉਂਕਿ ਖੇਤਰੀ ਪਾਰਟੀ
ਪੰਜਾਬ ਤੇ ਪੰਜਾਬੀਆਂ ਦੀ ਹੱਕਾਂ ਦੀ ਰਾਖੀ ਵਾਸਤੇ ਲੜਨ ਵਾਲੀ, ਕੁਰਬਾਨੀਆਂ ਦੇਣ ਵਾਲੀ ਪਾਰਟੀ, ਇਹ ਸਾਰੇ ਇਕੱਠੇ ਹੋ ਕੇ ਇੱਕ ਦੂਜੇ ਦੀ ABCD ਟੀਮ ਬਣੇ ਹੋਏ ਨੇ। ਤੇ ਉਹ ਜਿਹੜੇ ਬਾਗੀ ਅਕਾਲੀ ਦਲ ਵਾਲੇ ਹੈਗੇ, ਜਿਹੜੇ ਵੀ BJP ਦੇ ਇਸ਼ਾਰੇ 'ਚ ਨੱਚ ਰਹੇ ਸੀ, ਹੁਣ ਸਾਰੇ ਇਕੱਠੇ ਹੋ ਕੇ ਸਾਰੇ ਲੋਕੀ ਪਹਿਚਾਨ ਜਾਣਗੇ ਨਾ ਜੀ। ਮੈਨੂੰ ਕਾਹਨੂੰ ਪੁੱਛ ਰਹੇ ਹੋ? ਲੋਕੀ ਦੇਖਣਗੇ ਤੇ 2022 'ਚ ਜਵਾਬ ਦੇਣਗੇ। ਨਹੀਂ, ਆਈ ਐਮ ਨਾਟ ਕਾਲਿੰਗ ਇਟ ਅਨਹੋਲੀ। I am saying our alliance was 35 years old, and while we were in the alliance, we were in the alliance. We were not doing backdoor shake hands, like going to Kapurthala house to say I'm going to pack my luggage and going and meeting Amit Shah and making all these unholy things and giving consent for the black laws and then going behind closed doors and planning how to defame the agitation. That is an unholy alliance. I did not do like Mr. Channi, go there to shake hands and then sign off half of Punjab. This is unholy. What Akali Dal has done it in the name of people and in the name of Punjab and for all to see. We do have nothing to hide and we're proud of that. Out of the question. We will never ally with somebody who is stabbing Punjabis and stabbing Punjab at the back and aligning with a party that has gone out of its way not only to finish off Punjab's agriculture, take over half of Punjab and defame the Sikh community. What they have done for what Badal Sahab has stood for is भाईचारिक सांझ and Aman Shanti. He's given up his entire life. साड़ी भाईचारिक सांझ ਦਾ हाल की कर देता है? देखो, as far as I am concerned, out of the question, I am not the party. I am not the party president, and I am too junior to be making any kind of decisions. But one thing is for sure: anyone who is against Punjab, Akali Dal will never ally with any such person. We broke a 30-year-old alliance. If we can break it, it was not because we didn't like somebody's face, or this was not the old Vajpayee kind of NDA. This was a dictatorship which was going on. But because this alliance took place between Badal Sahab and Vajpayee ji with a certain vision for the betterment of Punjab and for the communal harmony of Punjab, we wanted to carry it on, but not at the cost of. Dekho, Akali Dal has said from the beginning that we strongly condemn what happened. हरेक ਨੂੰ ਆਪਣਾ ਧਰਮ ਬਹੁਤ ਪਿਆਰਾ ਹੁੰਦਾ ਹੈ। ਕਿਸੇ ਵੀ ਧਰਮ ਦੇ ਖਿਲਾਫ ਜੇ ਕੋਈ ਬੇਅਦਬੀ ਵਰਗੀ ਘਟਨਾ ਹੋਏ, ਉਹ ਕੋਈ ਵੀ ਧਰਮ ਹੋਏ, ਉਹ ਅੰਦਰ ਵੱਜਦੀ ਹੈ ਗੱਲ, ਐਂਡ ਨੋਬਡੀ ਇਹ ਕੋਈ ਸਹਿ ਨਹੀਂ ਸਕਦਾ ਹੈ। ਸੋ ਵਾਈਲ ਵੀ ਸਟਰੋਂਗਲੀ ਕੰਡੈਮ ਦਿਸ ਐਂਡ ਵੀ ਆਰ from day one said ki this needs to be further investigated, because the way it happened, the timing of when it happened, and to defame the farmer agitation and to defame the Sikhs, what has been happening in the last few days, be it the minister in Lakhimpur openly instigating people, be it Mr. Khattar in Haryana, or be it the incident before that where the SDM is openly telling the cops to break the heads of the farmers. Continuously since the farmer agitation, we have seen that there has been a sustained effort to marginalize Punjabis and the Sikh community and target them and defame them. So this whole thing now with the Lakhimpur issue, until date BJP has been shameless enough not to dismiss a minister who is in charge of home and security, but is openly instigating and targeting a community, and they have done nothing about dismissing him. Clearly they may have wanted to divert the attention to something else as well, and again what Indira Gandhi did in the 80s is target a community and target our holy shrines to win an election. Very possible. So we have said from day one that there needs to be a sitting Supreme Court judge that needs to dungyai de naal, gehrai de naal go into the whole thing ki ek mazdoor banda ਜਿਹੜਾ ਦਿਹਾੜੀ ਕਰਦਾ ਹੈ, ਦਿਹਾੜੀ ਕਰਕੇ ਪੇਟ ਪਾਲਦਾ ਹੈ, ਉਹ ਦਿਹਾੜੀ ਛੱਡ ਕੇ ਇੰਨੀ ਦੂਰ ਜਾ ਕੇ ਨਸ਼ੇੜੀ ਉਹ ਉੱਥੇ ਪਹੁੰਚ ਕੇ ਆ ਸਾਰਾ ਕੁਝ ਹੋਏ, ਦਾਲ 'ਚ ਕੁਝ ਕਾਲਾ ਤਾਂ ਜ਼ਰੂਰ ਨਜ਼ਰ ਆਉਂਦਾ ਹੈ। ਸਟਰੋਂਗਲੀ ਕੰਡੈਮ ਜਿਹੜੀ ਕਾਂਗਰਸ ਸਰਕਾਰ ਨੇ, ਚੰਨੀ ਸਰਕਾਰ ਨੇ ਆਨਸਾਰ ਅੱਧਾ ਪੰਜਾਬ ਕੇਂਦਰ ਦੇ ਹਵਾਲੇ ਕਰ ਦਿੱਤਾ ਹੈਗਾ। ਵੀ ਹੈਵ ਆਲਵੇਜ਼ ਫੌਟ ਫॉर ਮੋਰ ਪਾਵਰਸ ਟੂ ਦ ਸਟੇਟ। ਪਹਿਲੇ ਕੈਪਟਨ ਨੇ ਸਾਡੀ ਐਗਰੀਕਲਚਰ ਜਿਹੜੀ ਸਟੇਟ ਸਬਜੈਕਟ ਹੈ ਉਹ ਜਾ ਕੇ हामी भर के सारा तैश नैश करता। तुसी देखा सारा पंजाब का की हाल होया। ते ये कांग्रेस इन इट्स चाल कि हुण असी कैप्टन नूं कुर्सी तो ला के कोई दूजा उत्थे बिठा दईए ताकि कपा कह दईए सारी 5 साल दी एंटी वो निकम्मा सीगा। निकम्मा ते पूरे कलैक्टिव रिस्पोंसिबिलिटी होंदी है पूरे सरकार दी। ते चन्नी साहब आन सारी तुसी अद्धा पंजाब उन्हां दे हवाले कर दो। 10 districts of Punjab are religious shrines like Valmiki Tirath Sthal, Durgyana Mandir, Golden Temple, Muksar the Dharti, right up till Malod, right at our neighborhood. You give 10 districts by entire home ministry like Kashmir, किते भी जाके किसी नू सर्च कर लेन,
ਕੋਈ ਵੀ ਸਮਾਨ ਸੀਜ਼ ਕਰ ਲੈਣ, ਕਿਸੇ ਨੂੰ ਵੀ ਅਰੈਸਟ ਕਰ ਲੈਣ ਤਾਂ ਤੁਸੀਂ ਲੱਭਦੇ ਰਹੋ ਵੀ ਕਿੱਥੇ ਗਏ। ਤੇ ਸਾਡੀ ਆਪਣੀ ਪੁਲਿਸ ਕੀ ਇੰਨੀ ਨਿਕੰਮੀ ਹੋ ਗਈ? ਠੀਕ ਹੈ, ਮੁੱਖ ਮੰਤਰੀ ਮਜਬੂਰ ਹੋ ਗਿਆ ਹੈਗਾ, ਮੁੱਖ ਮੰਤਰੀ ਪੁਰਾਣਾ ਨਿਕੰਮਾ ਸੀਗਾ, ਪਰ ਸਾਡੀ ਫੌਜ ਤਾਂ ਨਿਕੰਮੀ ਨਹੀਂ ਹੈਗੀ। ਇਹ ਉਹ ਫੌਜ ਹੈਗੀ ਜਿਨ੍ਹਾਂ ਨੇ ਉਹ ਦੀਨਾਨਗਰ ਐਂਡ ਪਠਾਨਕੋਟ ਵਾਲੇ ਇਨਸੀਡੈਂਟ ਸਾਡੇ ਟਾਈਮ 'ਚ ਹੋਏ ਸੀਗੇ। ਬਿਫੋਰ ਸੈਂਟਰ ਕੋਡ ਰੀਚ ਆਰ ਓਨ ਪੁਲਿਸਮੈਨ ਹੈਡ ਟੇਕਨ ਕੇਅਰ ਆਫ ਐਵਰੀਥਿੰਗ ਦੈਟ ਵਾਸ ਹੈਪਨਿੰਗ। ਤੇ ਜਿਹੜੀ BSF 15 ਕਿਲੋਮੀਟਰ 'ਚ ਨਸ਼ੇ ਨਹੀਂ ਰੋਕ ਸਕੀ, ਅਸਲੇ ਨਹੀਂ ਰੋਕ ਸਕੀ, ਡਰੋਨਸ ਨਹੀਂ ਰੋਕ ਸਕੀ, ਉਹਨੇ 50 ਕਿਲੋਮੀਟਰ 'ਚ ਕੀ ਕੰਮ ਕਰ ਲੈਣਾ?